ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਤੇ। ਗੱਲਬਾਤ ਕਰਾਂਗੇ ਕਿ ਕੱਲ ਜੋ ਕੁਝ ਬਿਆਨ ਆਏ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ, ਜਿਸ ਤਰੀਕੇ ਦੇ ਨਾਲ ਕੱਲ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਟਕਰਾਅ ਹੋਇਆ, ਉਸ ਦੇ ਕਾਰਨ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਉਸਨੇ ਕਿਸ ਔਰ ਕਰਵਟ ਲਈ ਹੈ, ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਮੈਂ ਇੱਕ ਵਾਰੀ ਦੱਸ ਦੇਵਾਂ ਕਿ ਅੱਜ ਤੋਂ ਜਿਹੜਾ 2012 ਦੇ ਵਿੱਚ ਜਿਹੜੀ ਪਹਿਲਾਂ ਜਿਹੜੀ 9 ਸਾਲ ਪਹਿਲਾਂ ਜੋ ਸਥਿਤੀ ਬਣੀ ਹੋਈ ਸੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ, ਅਜਿਹੀ ਹੀ ਸਥਿਤੀ ਜਿਹੜੀ ਹੈ ਅੱਜ ਬਣਦੀ ਹੋਈ ਦਿਖਾਈ ਦੇ ਰਹੀ ਹੈ। ਕਿਉਂਕਿ 2012 ਦੇ ਵਿੱਚ ਜਦੋਂ ਸਰਕਾਰ ਰਿਪੀਟ ਹੋਣੀ ਸੀ ਅਕਾਲੀ ਦਲ ਦੀ, ਤਾਂ ਠੀਕ ਉਸ ਤੋਂ ਪਹਿਲਾਂ ਜਿਸ ਤਰੀਕੇ ਹੁਣ ਨਵਜੋਤ ਸਿੰਘ ਸਿੱਧੂ ਨਾਰਾਜ਼ ਨੇ, ਉਸੇ ਤਰੀਕੇ ਦੇ ਨਾਲ ਉਦੋਂ ਅਕਾਲੀ ਦਲ ਤੋਂ ਮਨਪ੍ਰੀਤ ਸਿੰਘ ਬਾਦਲ ਨਾਰਾਜ਼ ਸੀ ਤੇ ਅਲੱਗ ਹੋ ਕੇ ਉਹਨਾਂ ਨੇ ਪਾਰਟੀ ਬਣਾਈ ਸੀ। ਜੋ ਹਾਲ ਬਾਦਲਾਂ ਨੇ ਮਨਪ੍ਰੀਤ ਬਾਦਲ ਦਾ ਉਸ ਟਾਈਮ ਕੀਤਾ ਸੀ, ਅੱਜ ਉਹੀ ਹਾਲ ਉਸੇ ਨਕਸ਼ੇ ਕਦਮ ਤੇ ਚੱਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਨਵਜੋਤ ਸਿੰਘ ਸਿੱਧੂ ਦਾ ਕਰਨਾ ਚਾਹੁੰਦੇ ਨੇ। ਪਰ ਇੱਥੇ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਵਿੱਚ ਫਰਕ ਬਹੁਤ ਜ਼ਿਆਦਾ ਹੈ। ਮਨਪ੍ਰੀਤ ਸਿੰਘ ਬਾਦਲ ਇੱਕ ਪੰਜਾਬ ਲੈਵਲ ਦੀ ਸੈਲੀਬ੍ਰਿਟੀ ਸੀ ਜਾਂ ਇੱਕ ਸ਼ਖਸੀਅਤ ਆਪਾਂ ਕਹਿ ਸਕਦੇ ਹਾਂ, ਪਰ ਨਵਜੋਤ ਸਿੰਘ ਜਿਹੜੇ ਸਿੱਧੂ ਹੈ ਉਹ ਇੱਕ ਇੰਟਰਨੈਸ਼ਨਲ ਸ਼ਖਸੀਅਤ ਸੀ ਤੇ ਵੱਡੇ ਪੱਧਰ ਤੇ ਉਹਨਾਂ ਦੇ ਉੱਪਰ ਲੋਕ ਮੰਨਦੇ ਨੇ ਕਿ ਉਹ ਇੱਕ ਇਮਾਨਦਾਰ ਛਵੀ ਦੇ ਮਾਲਕ ਨੇ। ਤੇ ਦੂਜਾ ਉਹਨਾਂ ਦੇ ਉੱਪਰ ਠੱਪਾ ਇਹ ਵੀ ਲੱਗਿਆ ਹੋਇਆ ਕਿ ਇਹਨਾਂ ਦੇ ਕਰਕੇ ਹੀ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ। ਇਸ ਪੂਰੀ ਗੱਲਬਾਤ ਤੇ ਕੋਸ਼ਿਸ਼ ਕਰਾਂਗੇ। ਤਾਂ ਉਧਰ ਵੱਡੀ ਖਬਰ ਇਹ ਹੈ ਕਿ ਹੁਣ ਕਾਂਗਰਸ ਦੇ ਜਿਹੜੇ ਲੀਡਰ ਨੇ, ਚਾਹੇ ਉਹ ਰਵਨੀਤ ਸਿੰਘ ਬਿੱਟੂ ਹੋਣ ਚਾਹੇ ਉਹ ਹੋਰ ਹੋਣ, ਉਹ ਹੁਣ ਜਿਹੜਾ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਖਾਰਜ ਹੋਈ ਆ, ਉਸ ਦਾ ਸਾਰਾ ਭਾਂਡਾ ਜਿਹੜਾ ਹੈਗਾ ਉਹ ਨਵਜੋਤ ਸਿੰਘ ਸਿੱਧੂ ਤੇ ਕੁੰਵਰ ਵਿਜੇ ਪ੍ਰਤਾਪ ਦੇ ਉੱਪਰ ਹੀ ਜਿਹੜੇ ਆ ਉਹ ਮੰਨਣ ਦੀ ਤਿਆਰੀ ਦੇ ਵਿੱਚ ਨੇ। ਪਿਛਲੇ ਦਿਨੀ ਆਪਾਂ ਦੇਖਿਆ ਕਿ ਸਿਰਫ ਨਵਜੋਤ ਸਿੰਘ ਸਿੱਧੂ ਤੇ ਹੀ ਨਿਸ਼ਾਨੇ ਸੀ, ਪਰ ਹੁਣ ਜਿਸ ਤਰੀਕੇ ਦੇ ਨਾਲ ਮੀਟਿੰਗਾਂ ਹੋਈਆਂ ਤੇ ਉਹਦੇ ਕਰਕੇ ਮੰਤਰੀ ਨਾਰਾਜ਼ ਹੋਏ ਨੇ, ਤਾਂ ਸਾਰੇ ਜਣੇ ਰਲ ਕੇ ਹੁਣ ਕੀ ਹੈ ਕੁੰਵਰ ਵਿਜੇ ਪ੍ਰਤਾਪ ਦੇ ਮਗਰ ਪੈ ਗਏ ਨੇ ਤੇ ਨਵਜੋਤ ਸਿੰਘ ਸਿੱਧੂ ਦੇ ਮਗਰ ਪੈ ਗਏ ਨੇ। ਇਹਨਾਂ ਦੋਨਾਂ ਦੀ ਜੋੜੀ, ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਇਹੀ ਜੋੜੀ ਹੈ ਜਿਹੜੀ ਢਾਲ ਆ ਸਕਦੀ ਹੈ, ਤੇ ਇਸ ਜੋੜੀ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਥੱਲੇ ਸੁੱਟਣਾ ਹੈ ਉਸ ਤੇ ਹੁਣ ਕੰਮ ਕੀਤਾ ਜਾ ਰਿਹਾ। ਇਸ ਪੂਰੀ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ ਤੇ ਵਿਚਾਰ ਚਰਚਾ ਦੇ ਲਈ ਮੇਰੇ ਨਾਲ ਮੌਜੂਦ ਰਹਿਣਗੇ ਸਿਆਸੀ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ ਰੋਜ਼ਾਨਾ ਲੋਕਨਾਥ ਟੀਵੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਸੁਖਵਿੰਦਰ ਜੀ, ਧੰਨਵਾਦ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਦੀ ਸਿਆਸਤ ਦੀ? ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਹੈ, ਜਿਵੇਂ ਮੈਂ ਉਦਾਹਰਨ ਦਿੱਤੀ ਕਿ ਅੱਜ ਤੋਂ 8 9 10 ਸਾਲ ਪਹਿਲਾਂ ਦੀ ਜਿਹੜੀ ਗੱਲ ਹੈ, ਮਨਪ੍ਰੀਤ ਬਾਦਲ ਨਾਲ ਜਿਸ ਤਰੀਕੇ ਦੇ ਨਾਲ ਕੀਤਾ ਸੀ ਬਾਦਲਾਂ ਦੇ ਵੱਲੋਂ, ਸਰਕਾਰ ਰਿਪੀਟ ਹੋਣ ਤੋਂ ਪਹਿਲਾਂ ਮਨਪ੍ਰੀਤ ਬਾਦਲ ਅਲੱਗ ਹੋ ਗਏ ਸੀ ਤੇ ਉਹਨਾਂ ਨੂੰ ਖਤਮ ਜਿਹਾ ਤਰੀਕੇ ਦਾ ਕਰ ਦਿੱਤਾ ਸੀ, ਤੇ ਉਹ ਜਿਹੀ ਸਥਿਤੀ ਹੁਣ ਸੇਮ ਬਣੀ ਹੋਈ ਹੈ। ਤੇ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਉਸੇ ਸਥਿਤੀ ਤੇ ਚੱਲੇ ਹੋਏ ਨੇ, ਉਹਨਾਂ ਨਕਸ਼ੇ ਕਦਮਾਂ ਤੇ ਚੱਲੇ ਹੋਏ ਨੇ ਕਿ ਵਾਕਈ ਸਹੀ ਹੈ। ਇਸੇ ਤਰੀਕੇ ਹੀ ਨਵਜੋਤ ਸਿੰਘ ਸਿੱਧੂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਪਹਿਲਾਂ ਜਦੋਂ ਅਕਾਲੀ ਦਲ ਤੋਂ ਨਾਰਾਜ਼ ਵੋਟ ਸੀ ਤਾਂ ਮਨਪ੍ਰੀਤ ਬਾਦਲ ਜਿਹੜੇ ਹੈ ਉਹ ਅਲੱਗ ਹੋਏ, ਤਾਂ ਨਾਰਾਜ਼ ਵੋਟ ਜਿਹੜੀ ਸੀਗੀ ਅਕਾਲੀ ਦਲ ਦੀ ਉਹ ਮਨਪ੍ਰੀਤ ਬਾਦਲ ਲੈ ਗਈ ਸੀ। ਜੇ ਉਹ ਕਾਂਗਰਸ ਨੂੰ ਚਲੀ ਜਾਂਦੀ ਤਾਂ ਕਾਂਗਰਸ ਦੀ ਸਰਕਾਰ ਬਣਦੀ ਸੀ। ਇਸ ਵਾਰ ਜਿਹੜੀ ਨਾਰਾਜ਼ ਵੋਟ ਇਹ ਹੈ ਕਾਂਗਰਸ ਦੀ ਹੈ, ਤੇ ਉਹ ਕੈਪਟਨ ਚਾਹੁੰਦੇ ਨੇ ਕਿ ਸਿੱਧੂ ਛੱਡ ਦੇਵੇ ਪਾਰਟੀ ਤੇ ਸਿੱਧੂ ਆਪਦੀ ਪਾਰਟੀ ਬਣਾ ਲਵੇ, ਤੇ ਨਾਰਾਜ਼ ਵੋਟ ਸਿੱਧੂ ਦੇ ਨਾਲ ਚੱਲ ਜੇ, ਨਾ ਕਿ ਕਿਸੇ ਸਾਡੀ ਵਿਰੋਧੀ ਪਾਰਟੀ ਦੇ ਨਾਲ ਸਾਡੀ ਸਰਕਾਰ ਕਹਿੰਦੇ ਬਣ ਜਾਵੇ। ਤੇ ਇਹ ਵੀ ਖਦਸ਼ਾ ਉਹਨਾਂ ਨੂੰ ਕਿ ਸ਼ਾਇਦ ਆਮ ਆਦਮੀ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਲੈਣਾ ਚਾਹੁੰਦੀ। ਕਿਵੇਂ ਦੇਖਦੇ ਹੋ ਕਿ ਵਾਕਈ ਉਹੀ ਸਥਿਤੀ ਹੈ? ਕਿੰਨੀ ਕੁ ਆਪਸ ਦੇ ਵਿੱਚ ਮੇਲ ਖਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਸਿੱਟ ਲਿਆ ਸੀ ਬਾਦਲਾਂ ਨੇ, ਕਿ ਇਸ ਮਨਸੂਬੇ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਸੁੱਟਣ ਦੇ ਵਿੱਚ ਕਾਮਯਾਬ ਹੋ ਜਾਣਗੇ? ਸੁਖਵਿੰਦਰ ਜੀ, ਬੜਾ ਅੱਛਾ ਪੁਆਇੰਟ ਹੈ ਤੁਹਾਡਾ, ਬਹੁਤ ਅੱਛਾ ਸਵਾਲ ਹੈ। ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਮਝਣੀ ਚਾਹੀਦੀ ਹੈ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਵੱਖ-ਵੱਖ ਪਾਰਟੀਆਂ, ਆਪਾਂ ਨੂੰ ਪਤਾ ਹੈ ਕਿ ਉਹਦੇ ਲਈ ਸਰਗਰਮ ਹੋ ਜਾਂਦੀਆਂ ਨੇ। ਔਰ ਇਹੀ ਗੱਲ ਪਹਿਲਾਂ ਵੀ ਜਿਵੇਂ ਤੁਸੀਂ ਕਿਹਾ ਕਿ ਜਦੋਂ 17 ਦੇ ਵਿੱਚ ਚੋਣਾਂ ਹੋਈਆਂ ਉਦੋਂ ਵੀ ਇਹ ਸਾਰੀਆਂ ਚੀਜ਼ਾਂ ਵਾਪਰੀਆਂ, ਉਸ ਤੋਂ ਪਹਿਲਾਂ ਜਦੋਂ 12 ਦੇ ਵਿੱਚ ਹੋਈਆਂ ਉਦੋਂ ਵੀ ਵਾਪਰੀਆਂ। ਫਿਰ ਜਿਹੜੀ ਹੈਗੀ ਲਗਾਤਾਰ ਤੁਸੀਂ ਦੇਖੋਗੇ ਕਿ ਉਹਦੇ ਵਿੱਚੋਂ ਕੋਈ ਨਾ ਕੋਈ ਜਿਹੜੇ ਲੀਡਰ ਸਾਹਿਬਾਨ ਨੇ, ਕੋਈ ਨਾਰਾਜ਼ ਹੋ ਗਿਆ, ਕੋਈ ਗੁੱਸੇ ਹੋ ਗਿਆ, ਕੋਈ ਮੰਨ ਗਿਆ। ਸੋ ਏਦਾਂ ਦਾ ਸਿਲਸਿਲਾ ਜਿਹੜਾ ਹੈਗਾ ਪਾਰਟੀਆਂ ਦੇ ਵਿੱਚ ਚੱਲਦਾ ਰਹਿੰਦਾ ਹੈ। ਔਰ ਉਹਦੀ ਜਿਹੜੀ ਆਪਾਂ ਨੂੰ ਪਤਾ ਹੈ ਕਿ ਵੋਟ ਬੈਂਕ ਹੈ ਉਹ ਘਟਦਾ ਵੱਧਦਾ ਰਹਿੰਦਾ ਹੈ, ਔਰ ਉਹਦੇ ਨਾਲ ਜਿਹੜੇ ਨੇ ਨਤੀਜੇ ਪ੍ਰਭਾਵਿਤ ਹੁੰਦੇ ਆ। ਔਰ ਇਸ ਵਾਰੀ ਆਪਾਂ ਦੇਖ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ, ਕਿਉਂਕਿ ਪਿਛਲੇ ਲਗਭਗ 4 ਸਾਲ ਪਹਿਲਾਂ ਹੀ ਕਾਂਗਰਸ ਤੇ ਸ਼ਾਮਿਲ ਹੋਏ ਆ, ਔਰ ਕੱਲ ਜਿਹੜਾ ਬਿਆਨ ਆਇਆ ਕੈਪਟਨ ਸਾਹਿਬ ਦਾ, ਉਹਨਾਂ ਨੇ ਇਹੀ ਕਿਹਾ ਕਿ ਹਜੇ ਤਾਂ ਸਿਰਫ 4 ਸਾਲ ਹੀ ਹੋਏ ਨੇ ਔਰ ਇਹ ਵੱਡੇ ਵੱਡੇ ਅਹੁਦੇ ਸਾਡੇ ਤੋਂ ਮੰਗ ਰਹੇ ਨੇ। ਖਾਸ ਤੌਰ ਤੇ ਉਹਨਾਂ ਨੇ ਇਹ ਕਿਹਾ ਕਿ ਉਪ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਨੇ, ਇਹਨਾਂ ਨੂੰ ਅਸੀਂ ਕਿਵੇਂ ਬਣਾ ਦਈਏ। ਸੋ ਇਹ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਕਿਹਾ ਕਿ ਅਨੁਸ਼ਾਸਨ ਦੇ ਵਿੱਚ ਨਹੀਂ ਰਹਿ ਰਹੇ,
ਔਰ ਇਦਾਂ ਦੀਆਂ ਗੱਲਾਂ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਪਟਿਆਲੇ ਤੋਂ ਤੁਸੀਂ ਜਿੱਤ ਸਕਦੇ ਹੋ ਤਾਂ ਮੇਰੇ ਨਾਲ ਤੁਸੀਂ ਮੁਕਾਬਲਾ ਕਰ ਸਕਦੇ ਹੋ। ਇਦਾਂ ਦੀਆਂ ਗੱਲਾਂ ਕਹਿਣ ਦਾ ਮਤਲਬ ਇਹ ਹੈ ਕਿ ਕਾਂਗਰਸ ਇਸ ਵੇਲੇ ਚਾਰੇ ਪਾਸਿਆਂ ਤੋਂ ਘਿਰਦੀ ਨਜ਼ਰ ਆ ਰਹੀ ਹੈ। ਉਹਦਾ ਕਾਰਨ ਹੈ ਕਿ ਇੱਕ ਪਾਸੇ ਕੋਵਿਡ ਹੈ, ਕਿਉਂਕਿ ਹਾਲਾਤ ਜਿਹੜੇ ਨੇ ਵੱਖਰੇ ਨੇ ਇਸ ਵੇਲੇ। ਇੱਕ ਪਾਸੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ, ਉਦੋਂ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਸਾਲਾਂ ਦੇ ਵਿੱਚ ਕਿਸਾਨ ਜਿਹੜੇ ਸੀ ਉਹ ਸੰਘਰਸ਼ ਦੇ ਵਿੱਚ ਨਹੀਂ ਸੀਗੇ ਇਸ ਪੱਧਰ ਤੇ ਜਿਵੇਂ ਇਸ ਵਾਰੀ ਹੋ ਰਿਹਾ ਹੈ। ਦੂਜੀ ਵੱਡਾ ਕਾਰਨ ਹੈ ਕਿ ਕਰੋਨਾ ਪਹਿਲਾਂ ਨਹੀਂ ਸੀ, ਜਿਹੜੀ ਮਹਾਮਾਰੀ ਹੁਣ ਫੈਲ ਰਹੀ ਹੈ ਜਾਂ ਹੁਣ ਜਿਹੜੀ ਪਿਛਲੇ ਸਾਲ ਤੋਂ ਲਗਾਤਾਰ ਉਹ ਚੱਲ ਰਹੀ ਹੈ, ਇਹ ਮਹਾਮਾਰੀ ਪਹਿਲਾਂ ਪਿਛਲੇ ਸਾਲਾਂ 'ਚ ਨਹੀਂ ਸੀ ਆਈ। ਤੀਸਰਾ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਸਰਕਾਰ ਨੇ, ਖਾਸ ਤੌਰ ਤੇ ਕਿਸੇ ਵੀ ਮੁੱਖ ਮੰਤਰੀ ਨੇ, ਜਿਵੇਂ ਕੈਪਟਨ ਸਾਹਿਬ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ, ਲਿਖ ਕੇ ਦਿੱਤਾ ਸੀਗਾ, ਕਾਗਜ਼ ਭਰੇ ਸੀਗੇ, ਫਾਰਮ ਭਰੇ ਗਏ ਸੀਗੇ ਘਰ ਘਰ ਨੌਕਰੀ ਦੇ ਔਰ ਕਿਸਾਨਾਂ ਦੀ ਕਰਜ਼ਾ ਮਾਫੀ ਦੇ, ਇਸ ਤਰ੍ਹਾਂ ਪਹਿਲਾਂ ਕਦੇ ਵੀ ਨਾ ਬਾਦਲਾਂ ਨੇ ਜਾਂ ਕਿਸੇ ਹੋਰ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਬਣਨ ਦੇ ਚਿਹਰੇ ਹੁੰਦੇ ਆ, ਉਹਨਾਂ ਨੇ ਕਿਸ ਤਰ੍ਹਾਂ ਦੇ ਕੰਮ ਨਹੀਂ ਸੀ ਕੀਤੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਆਪਾਂ ਪਿਛਲਾ ਸਮਾਂ ਦੇਖਦੇ ਹਾਂ ਵੱਖ-ਵੱਖ ਸਰਕਾਰਾਂ ਦਾ, ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਨੇ, ਇਸ ਤਰ੍ਹਾਂ ਦੇ ਹਾਲਾਤ ਨੇ, ਉਹ ਪਹਿਲਾਂ ਕਦੇ ਨਹੀਂ ਸੀ ਬਣੇ। ਇਸ ਵਾਰੀ ਵੱਖਰੇ ਹਾਲਾਤ ਪੈਦਾ ਹੋ ਰਹੇ ਨੇ, ਕਿਉਂਕਿ ਇਸ ਵੇਲੇ ਕੀ ਹੋ ਰਿਹਾ ਕਿ ਜਿਹੜੀ ਸਿੱਟ ਹੈ, ਖਾਸ ਤੌਰ ਤੇ ਜੇ ਆਪਾਂ ਜਿਵੇਂ ਮੈਂ ਚਾਰੇ ਪਾਸੇ ਤੋਂ ਘਿਰਦੇ ਦੀ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਕੈਪਟਨ ਸਾਹਿਬ ਨਜ਼ਰ ਆ ਰਹੇ ਨੇ, ਤਾਂ ਇਹਦਾ ਮਤਲਬ ਇਹੀ ਹੈ ਕਿ ਚਾਰੇ ਪਾਸਿਓਂ ਫੇਲੀਅਰ ਜਿਹੜੀਆਂ ਨੇ ਕਾਂਗਰਸ ਦੀਆਂ ਪਿਛਲੇ 4-4.5 ਸਾਲਾਂ ਦੀਆਂ, ਉਹ ਸਾਨੂੰ ਦਿਖਾਈ ਦੇ ਰਹੀਆਂ ਨੇ। ਚਾਹੇ ਉਹਦੇ ਵਿੱਚ ਕੋਟਕਪੂਰਾ ਗੋਲੀकांड ਦਾ ਮਸਲਾ ਹੋਵੇ, ਬਰਗਾੜੀ ਕਾਂਡ ਦਾ ਮਸਲਾ ਹੋਵੇ, ਜਾਂ ਇਦਾਂ ਦੇ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨਾਲ, ਖਾਸ ਤੌਰ ਤੇ ਸਿੱਖ ਪੰਥ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਜਿਹੜੇ ਅਸਲੀ ਮੁੱਦੇ ਨੇ, ਉਹ ਹੁਣ ਉਹਦੇ ਵਿੱਚ ਕਾਂਗਰਸ ਸਰਕਾਰ ਬਿਲਕੁਲ ਬੁਰੀ ਤਰ੍ਹਾਂ ਫੇਲ ਹੋਈ ਹੈ। ਇਸ ਤੋਂ ਇਲਾਵਾ ਜਿਹੜੀਆਂ ਵਾਅਦੇ ਪੂਰੇ ਕਰਨ ਦੇ ਵਿੱਚ, ਹਾਲਾਂਕਿ ਕੈਪਟਨ ਸਾਹਿਬ ਇਹ ਬਾਰ-ਬਾਰ ਕਹਿ ਰਹੇ ਨੇ ਕਿ ਮੈਂ 85% ਵਾਅਦੇ ਪੂਰੇ ਕਰਤੇ, ਆਪਾਂ ਨੂੰ ਪਤਾ ਹੈ ਕਿ ਉਹ ਜ਼ਮੀਨੀ ਪੱਧਰ ਤੇ ਜਿਹੜੇ ਨੇ ਬਿਲਕੁਲ ਫੇਲ ਹੋ ਚੁੱਕੇ ਨੇ ਕੈਪਟਨ ਸਾਹਿਬ। ਇਸ ਤੋਂ ਇਲਾਵਾ ਆਪਾਂ ਦੇਖ ਰਹੇ ਹਾਂ ਕਿ ਜਿੱਥੋਂ ਤੱਕ ਕਾਂਗਰਸ ਦਾ ਜਿਹੜਾ ਮੁਖੀ ਹੁੰਦਾ ਹੈ, ਖਾਸ ਤੌਰ ਤੇ ਜਿਹੜਾ ਕਾਂਗਰਸ ਦਾ ਪ੍ਰਧਾਨ ਹੁੰਦਾ ਹੈ ਜਾਂ ਕਾਂਗਰਸ ਦੇ ਮੁੱਖ ਮੰਤਰੀ ਨੇ, ਉਹ ਹੁਣ ਤੱਕ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਨੂੰ ਇਕੱਠਿਆਂ ਕਰਨ ਦੇ ਵਿੱਚ, ਸਾਰੀ ਜਿਹੜੀ ਪੂਰੀ ਪਾਰਟੀ ਨੂੰ ਇਕੱਠਿਆਂ ਕਰਨ ਦੇ ਵਿੱਚ ਅਸਫਲ ਰਹੇ ਨੇ। ਆਪਾਂ ਨੂੰ ਪਤਾ ਹੈ ਕਿ ਲਗਭਗ ਤੁਸੀਂ ਦੇਖਿਆ ਹੋਵੇਗਾ ਕਿ 4 ਸਾਲ ਪਹਿਲਾਂ ਤੋਂ ਹੀ ਕੈਪਟਨ ਸਾਹਿਬ ਦੇ ਵਿਰੁੱਧ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਚਾਹੇ ਉਹ ਨਸ਼ਿਆਂ ਦੇ ਮੁੱਦੇ ਤੇ ਹੋਵੇ, ਚਾਹੇ ਉਹਨਾਂ ਨੇ ਕਿਹਾ ਸੀਗਾ ਕਿ ਗੁਟਕਾ ਸਾਹਿਬ ਦਾ ਹੱਥ 'ਚ ਫੜ ਕੇ ਮੈਂ ਨਸ਼ਿਆਂ ਦਾ ਲੱਕ ਤੋੜਾਂਗਾ, ਔਰ ਉਹਨਾਂ ਦੇ ਖਿਲਾਫ ਉਹ ਆਵਾਜ਼ਾਂ ਵੀ ਉੱਠ ਰਹੀਆਂ ਸੀਗੀਆਂ। ਔਰ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਕਿ ਕੈਪਟਨ ਸਾਹਿਬ ਦੀ ਜਿਹੜੀ ਇਹ ਵੱਡੀ ਫੇਲੀਅਰ ਹੋਈ ਹੈ, ਉਹ ਹੈ ਕਿ ਕੋਟਕਪੂਰਾ ਗੋਲੀकांड ਦੇ ਵਿੱਚ ਉਹ ਜਿਹੜੀ ਸਾਰੀ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਸੀਗੀ ਉਹ ਕੈਪਟਨ ਸਾਹਿਬ ਦੇ ਸਿਰ ਆ ਗਈ ਆ ਹੁਣ, ਕਿ ਇਹਦੇ ਵਿੱਚ ਫੇਲੀਅਰ ਜਿਹੜੀ ਹੋਈ ਹੈ, ਅਸਫਲਤਾ ਜਿਹੜੀ ਮਿਲੀ ਹੈ, ਉਹ ਕੈਪਟਨ ਸਾਹਿਬ ਦੇ ਕਰਕੇ ਮਿਲੀ ਹੈ। ਔਰ ਇਹ ਵੀ ਗੱਲ, ਜਿਹੜੀ ਵੱਡੀ ਗੱਲ ਇਹ ਹੋਈ ਹੈ ਕਿ ਉਹਦੇ ਵਿੱਚ ਦੋ ਧਿਰਾਂ ਦਾ, ਖਾਸ ਤੌਰ ਤੇ ਕੈਪਟਨ ਸਾਹਿਬ ਔਰ ਬਾਦਲ ਪਰਿਵਾਰ ਦਾ ਜਿਹੜਾ ਨੇੜਲਾ ਰਿਸ਼ਤਾ ਹੈ, ਉਹ ਸਾਹਮਣੇ ਆ ਰਿਹਾ ਹੈ। ਔਰ ਹੁਣ ਇਹਦੀ ਗਾਜ ਕਿੱਥੇ, ਇਸ ਪਾਸੇ ਵੀ ਆਪਾਂ ਡਾਕਟਰ ਸਾਹਿਬ ਇਸ ਪਾਸੇ ਵੀ ਆਪਾਂ ਆਵਾਂਗੇ, ਕਿਉਂਕਿ ਹੁਣ ਇਸ ਦਾ ਜਿਹੜਾ ਇਹਦਾ ਭਾਂਡਾ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨਵਜੋਤ ਸਿੰਘ ਸਿੱਧੂ ਤੇ ਕੁਮਨ ਵਿਜੇ ਪ੍ਰਤਾਪ ਤੇ ਹੀ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਵਿਸ਼ੇ ਤੇ ਵੀ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਦੱਸ ਦਈਏ ਆਪਣੇ ਦਰਸ਼ਕਾਂ ਨੂੰ ਕਿ ਲੱਗਦਾ ਕਿ 2012 ਦੇ ਵਿੱਚ ਜੋ ਦੁਹਰਾਇਆ ਗਿਆ, ਹੁਣ ਦੁਬਾਰਾ ਦੁਹਰਾਇਆ ਜਾ ਸਕਦਾ, ਜਿਹੜਾ 2012 ਦੇ ਵਿੱਚ ਵਾਪਰਿਆ, ਇਤਿਹਾਸ ਹੁਣ ਆਪਣੇ ਆਪ ਨੂੰ ਦੁਹਰਾਏਗਾ। 2022 ਦੇ ਵਿੱਚ ਜੋ ਕੁਝ ਮਨਪ੍ਰੀਤ ਸਿੰਘ ਬਾਦਲ ਦੇ ਨਾਲ 2012 ਦੀਆਂ ਚੋਣਾਂ ਦੇ ਵਿੱਚ ਹੋਇਆ ਸੀ, ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਉਸੇ ਤਰੀਕੇ ਦਾ ਹੋ ਸਕਦਾ ਹੈ, ਜਾਂ ਫਿਰ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੀ ਛਵੀ ਦੇ ਮਾਲਕ ਨੇ, ਉਹਦਾ ਫਾਇਦਾ ਲੈ ਕੇ ਜਿਹੜਾ ਹੈਗਾ ਇਸ ਸਥਿਤੀ ਦੇ ਵਿੱਚੋਂ ਨਿਕਲ ਜਾਣਗੇ? ਦੇਖੋ, ਉਹਦੇ ਵਿੱਚੋਂ ਨਿਕਲ ਜਾਣ ਦੀਆਂ ਸੰਭਾਵਨਾਵਾਂ ਜਿਵੇਂ ਤੁਸੀਂ ਕਹਿ ਰਹੇ ਹੋ, ਉਹ ਜ਼ਿਆਦਾ ਨਜ਼ਰ ਆ ਰਹੀਆਂ ਨੇ। ਉਹਦਾ ਇੱਕ ਕਾਰਨ, ਇੱਕ ਨਹੀਂ ਹੈ, 2-3 ਕਾਰਨ ਨੇ। ਪਹਿਲੀ ਗੱਲ ਹੈ ਕਿ ਇਸ ਵੇਲੇ ਕਿਉਂਕਿ ਅਕਾਲੀ ਦਲ, ਆਪਾਂ ਨੂੰ ਪਤਾ ਹੈ ਕਿ ਸਟੇਟ ਲੈਵਲ ਦੀ ਪਾਰਟੀ ਸੀਗੀ, ਸਟੇਟ ਦੇ ਵਿੱਚ ਹੀ, ਕਿਉਂਕਿ ਬਾਦਲਾਂ ਨੇ ਜੋ ਫੈਸਲੇ ਕਰਨੇ ਸੀਗੇ ਉਹ ਬਾਦਲਾਂ ਨੇ ਕਰਨੇ ਸੀਗੇ, ਔਰ ਵੱਡੇ ਬਾਦਲ ਦੇ ਹੱਥ 'ਚ ਜਾਂ ਛੋਟੇ ਬਾਦਲ ਦੇ ਹੱਥ 'ਚ ਸਾਰਾ ਕੁਝ ਸੀਗਾ। ਹੁਣ ਇੱਥੇ ਕੀ ਹੈ ਕਿ ਇਹ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਹੈ ਕਾਂਗਰਸ। ਹੁਣ ਇਹਦੀ ਜਿਹੜੀ ਵਾਗਡੋਰ ਹੈ, ਉੱਪਰ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਉਹਦੇ ਹੱਥ 'ਚ ਹੈ ਬੇਸਿਕ ਬੁਨਿਆਦੀ ਤੌਰ ਤੇ। ਚਾਹੇ ਆਪਾਂ ਸੋਨੀਆ ਜੀ ਨੂੰ ਲੈ ਲਓ, ਚਾਹੇ ਰਾਹੁਲ ਜੀ ਨੂੰ ਲੈ ਲਓ, ਚਾਹੇ ਪ੍ਰਿੰਕਾ ਜੀ ਨੂੰ ਲੈ ਲਓ, ਉਹਨਾਂ ਨੇ ਅਸਲੀ ਅਖੀਰ ਨੂੰ ਫੈਸਲਾ ਉਹਨਾਂ ਨੇ ਕਰਨਾ ਹੈ। ਸੋ ਇਹ ਉੱਥੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੇ ਉੱਥੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੈਸ਼ਨਲ ਲੈਵਲ ਦੇ ਲੀਡਰ ਨੇ ਕਾਂਗਰਸ ਦੇ, ਇਸ ਕਰਕੇ ਜੇਕਰ ਪ੍ਰਿੰਕਾ ਜੀ ਔਰ ਰਾਹੁਲ ਜੀ ਉਹਨਾਂ ਦੇ ਗੱਲ ਸਮਝ ਆ ਗਈ
ਕਿ ਅਸੀਂ ਨਵੇਂ ਚਿਹਰੇ ਅੱਗੇ ਲੈ ਕੇ ਆਉਣੇ ਆ, ਖਾਸ ਤੌਰ ਤੇ ਇਮਾਨਦਾਰ ਲੋਕਾਂ ਨੂੰ ਅੱਗੇ ਲੈ ਕੇ ਆਉਣਾ, ਤਾਂ ਲਾਜ਼ਮੀ ਤੌਰ ਤੇ ਇਹਦੇ ਵਿੱਚ ਕੀ ਹੋਏਗਾ ਕਿ ਕੈਪਟਨ ਸਾਹਿਬ ਨੂੰ ਜਿਹੜਾ ਹੈਗਾ ਨੀਚੇ ਜਿਹੜਾ ਹੈਗਾ ਉਹ ਹੋ ਸਕਦਾ ਕਿ ਉਹਨਾਂ ਨੂੰ ਖੁੱਡੇ ਲੈਣ ਲਾ ਦਿੱਤਾ ਜਾਏ। ਔਰ ਜੇ ਉਹ ਸਿਆਣੇ ਹੋਣਗੇ, ਜੇ ਇੱਥੇ ਸੋਨੀਆ ਗਾਂਧੀ ਜੀ ਦੀ ਚੱਲਦੀ ਹੈ, ਫਿਰ ਮੈਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਜਿਹੜੇ ਨੇ ਉਹ ਅੱਗੇ ਆ ਸਕਦੇ ਆ, ਫਿਰ ਉਹਦੇ ਚ ਨੁਕਸਾਨ ਨਵਜੋਤ ਸਿੰਘ ਸਿੱਧੂ ਦਾ ਹੋ ਸਕਦਾ ਹੈ। ਔਰ ਇਹ ਦੋਨੋਂ ਸੰਭਾਵਨਾਵਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ। ਹੁਣ ਡਿਪੈਂਡ ਕਰੇਗਾ ਕਿ ਸਿੱਧੂ ਆਪਣਾ ਜਿਹੜਾ ਕੇਸ ਹੈ ਉਹ ਹਾਈ ਕਮਾਂਡ ਨੂੰ ਕਿਸ ਤਰ੍ਹਾਂ ਪੇਸ਼ ਕਰਦੇ ਨੇ, ਔਰ ਜੇਕਰ ਹਾਈ ਕਮਾਂਡ ਸਿੱਧੂ ਸਾਹਿਬ ਦੇ ਹੱਕ 'ਚ ਫੈਸਲਾ ਕਰਦੀ ਹੈ ਤਾਂ ਲਾਜ਼ਮੀ ਤੌਰ ਤੇ ਜਿਹੜੀ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਜਾਂ ਪੰਜਾਬ ਦੀ ਜਿਹੜੀ ਕਾਂਗਰਸ ਦੀ ਪੋਲਿਟਿਕਸ ਹੈ ਉਹਦੇ ਵਿੱਚ ਕਾਫੀ ਜਿਹੜੀਆਂ ਨੇ ਇੱਥੋਂ ਨਿਕਲਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਇਸ ਸੰਕਟ ਚੋਂ ਤਾਂ ਨਜ਼ਰ ਆ ਰਹੀਆਂ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਡਿਪੈਂਡ ਕਰੇਗਾ ਕਿ ਹਾਈ ਕਮਾਂਡ ਯਾਨੀ ਕਿ ਖਾਸ ਤੌਰ ਤੇ ਸੋਨੀਆ ਜੀ, ਰਾਹੁਲ ਜੀ ਔਰ ਪ੍ਰਿੰਕਾ ਜੀ ਉਹ ਕੀ ਫੈਸਲਾ ਲੈਂਦੇ ਨੇ ਇਸ ਵੇਲੇ। ਜੇ ਉਹ ਫੈਸਲਾ ਸਹੀ ਫੈਸਲਾ ਲੈਣਗੇ, ਪੰਜਾਬ ਦੇ ਹੱਕ 'ਚ ਫੈਸਲਾ ਲੈਣਗੇ, ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਫੈਸਲਾ ਲੈਣਗੇ, ਤਾਂ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਇਸ ਸੰਕਟ ਚੋਂ ਨਿਕਲ ਜਾਣਗੇ ਔਰ ਪੰਜਾਬ ਦੇ ਹੀਰੋ ਬਣ ਸਕਦੇ ਆ। ਕਾਂਗਰਸ ਦੇ ਵਿੱਚ ਇੱਕ ਮੁੱਖ ਚਿਹਰਾ ਜਿਹੜਾ ਹੈਗੇ ਨੇ ਆਉਣ ਵਾਲੇ ਦਿਨਾਂ ਦੇ ਬਣ ਸਕਦੇ ਆ। ਬਿਲਕੁਲ ਬਿਲਕੁਲ। ਇੱਕ ਜਿਹੜਾ ਕੱਲ ਬਿਆਨ ਦਿੱਤਾ ਗਿਆ, ਇੱਕ ਚੈਲੰਜ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਨੂੰ ਕਿ ਮੇਰੇ ਖਿਲਾਫ ਚੋਣ ਲੜ ਕੇ ਦੇਖਣ, ਜੇ ਸਿੰਘ ਵਾਲਾ ਹਾਲ ਹੋਵੇਗਾ, ਜ਼ਮਾਨਤ ਜ਼ਬਤ ਹੋ ਜਾਏਗੀ ਸਿੱਧੂ ਦੀ। ਤਾਂ ਬਹੁਤ ਸਾਰੇ ਲੋਕ ਇਸ ਨੂੰ ਕਹਿੰਦੇ ਨੇ ਕਿ ਬਈ ਨਵਜੋਤ ਸਿੰਘ ਸਿੱਧੂ ਨੂੰ ਲਲਕਾਰਿਆ, ਨਵਜੋਤ ਸਿੰਘ ਸਿੱਧੂ ਨੂੰ ਮਰਦਾਂ ਵਾਲੀ ਗੱਲ ਕਰਨੀ ਚਾਹੀਦੀ ਹੈ, ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਐਕਸੈਪਟ ਕਰਨਾ ਚਾਹੀਦਾ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਮੈਦਾਨ ਦੇ ਵਿੱਚ ਕੈਪਟਨ ਦੇ ਖਿਲਾਫ ਆ ਜਾਣਾ ਚਾਹੀਦਾ ਤੇ ਉਹਨਾਂ ਦਾ ਜਿਹੜਾ ਮੂੰਹ ਤੋੜਮਾ ਜਵਾਬ ਦੇਣਾ ਚਾਹੀਦਾ ਮੈਦਾਨ ਦੇ ਵਿੱਚ ਆ ਕੇ। ਲੋਕ ਉਹਨਾਂ ਨੂੰ ਚਾਹੁੰਦੇ ਨੇ, ਪਰ ਲੋਕ ਜ਼ਰੂਰ ਠੀਕ ਹੈ ਇਹ ਗੱਲ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ ਨੂੰ, ਪਰ ਲੱਗਦਾ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਜਿਹੜਾ ਬਿਆਨ ਹੈ ਇਹ ਕਿਤੇ ਨਾ ਕਿਤੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੈ, ਕਿਉਂਕਿ ਕੈਪਟਨ ਸਾਹਿਬ ਚਾਹੁੰਦੇ ਹੈ ਕਿ ਮੇਰੇ ਖਿਲਾਫ ਚੋਣ ਲੜ ਕੇ ਦੇਖ ਲਵੇ। ਜ਼ਾਹਿਰ ਹੈ ਕਿ ਇੱਕ ਪਾਰਟੀ ਤੋਂ ਇੱਕ ਹੀ ਉਮੀਦਵਾਰ ਹੋਏਗਾ। ਜੇਕਰ ਕਾਂਗਰਸ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਹੋਣਗੇ, ਕਿਉਂਕਿ ਮੌਜੂਦਾ ਮੁੱਖ ਮੰਤਰੀ ਨੇ ਤਾਂ ਟਿਕਟ ਉਹੀ ਲੈ ਕੇ ਜਾਣਗੇ ਪਟਿਆਲੇ ਤੋਂ, ਤਾਂ ਫਿਰ ਜਿਹੜੇ ਹੈਗੇ ਆ ਨਵਜੋਤ ਸਿੰਘ ਸਿੱਧੂ ਤਾਂ ਉਹ ਤਾਂ ਫਿਰ ਜਾਂ ਤਾਂ ਕਿਸੇ ਹੋਰ ਪਾਰਟੀ ਤੋਂ ਲੜਨਗੇ ਤੇ ਜਾਂ ਫਿਰ ਆਜ਼ਾਦ ਲੜਨਗੇ। ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਆ ਕਿ ਮੈਂ ਇਹਨੂੰ ਚੈਲੰਜ ਕਰਤਾ, ਇਹ ਤਹਿਸ਼ ਦੇ ਵਿੱਚ ਆ ਕੇ ਮੇਰਾ ਚੈਲੰਜ ਐਕਸੈਪਟ ਕਰੇ, ਪਾਰਟੀ ਛੱਡੇ, ਚੈਲੰਜ ਮਨਜ਼ੂਰ ਕਰਕੇ ਮੈਦਾਨ ਦੇ ਵਿੱਚ ਆ ਜਾਵੇ। ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਜੇ ਆਪਾਂ ਕਹਿ ਦਈਏ ਤਹਿਸ਼ ਦੇ ਵਿੱਚ ਲਿਆ ਕੇ ਇੱਕ ਫੈਸਲਾ ਕਰਾਉਣ ਦੀ ਕੋਸ਼ਿਸ਼ ਹੈ ਵੀ ਚੱਕੋ ਮੈਂ ਛੱਡਦਾ ਕਾਂਗਰਸ, ਮੈਂ ਤੁਹਾਡੇ ਖਿਲਾਫ ਆਉਣ ਨੂੰ ਤਿਆਰ ਹਾਂ। ਕਿਤੇ ਨਾ ਕਿਤੇ ਸੋਚੀ ਸਮਝੀ ਸਾਜ਼ਿਸ਼ ਹੀ ਸੋਚੀ ਜਾ ਸਕਦੀ ਹੈ ਨਾ। ਦੇਖੋ, ਜੇ ਤਾਂ ਨਵਜੋਤ ਸਿੰਘ ਸਿੱਧੂ ਕੋਈ ਅਣਸਿੱਖੇ ਹੋਏ ਸਿਆਸਤਦਾਨ ਹੁੰਦੇ ਫਿਰ ਤਾਂ ਉਹਨਾਂ ਨੇ ਭਟਕ ਜਾਣਾ ਸੀਗਾ, ਉਹਨਾਂ ਨੇ ਕਹਿਣਾ ਸੀਗਾ ਠੀਕ ਹੈ ਮੈਂ ਆਉਣਾ ਮੈਦਾਨ 'ਚ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਬਹੁਤ ਹੀ ਮੰਜੇ ਹੋਏ। ਇੱਥੋਂ ਸਾਨੂੰ ਲੱਗ ਰਿਹਾ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਉਹ ਕਮਾਲ ਦਾ ਜਵਾਬ ਹੈ, ਜਿਹੜਾ ਟਵੀਟ ਕਰਕੇ ਉਹਨਾਂ ਨੇ ਕੈਪਟਨ ਸਾਹਿਬ ਨੂੰ ਕਿਹਾ ਕਿ ਭਾਈ ਤੁਸੀਂ ਲੋਕਾਂ ਦੀਆਂ ਚੇਤਨਾਵਾਂ ਨੂੰ ਭੜਕਾ ਰਹੇ ਹੋ। ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਚੇਤਨਾਵਾਂ ਨੂੰ ਏਦਾਂ ਭੜਕਾ ਕੇ ਤੁਸੀਂ ਇਹ ਕਹੋਗੇ ਕਿ ਇਹਨਾਂ ਨੂੰ ਅਸੀਂ ਦੂਜੇ ਪਾਸੇ ਲਾ ਦਿਆਂਗੇ। ਇਹ ਪੰਜਾਬ ਦੇ ਲੋਕ ਨਹੀਂ ਹੁਣ ਮੰਨਣ ਲੱਗੇ। ਔਰ ਉਹਨਾਂ ਨੇ ਦੂਸਰੀ ਗੱਲ ਇਹ ਕਹੀ ਹੈ ਕਿ ਕਿਉਂਕਿ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ ਹੈ ਔਰ ਜੇ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਮੇਰੇ ਲਈ ਇਹ ਕੋਈ ਵਿਧਾਨ ਸਭਾ ਦੀ ਕੋਈ ਸੀਟ ਜਿਹੜੀ ਹੈਗੀ ਕੋਈ ਮਾਇਨੇ ਨਹੀਂ ਰੱਖਦੀ। ਮੇਰੇ ਲਈ ਗੁਰੂ ਸਾਹਿਬ ਜਿਹੜੇ ਨੇ ਉਹ ਸੋਚਦੇ ਨੇ ਕਿ ਸਿੱਧੂ ਨੂੰ ਬੈਕਫੁੱਟ ਤੇ ਧੱਕਦਾ ਕੈਪਟਨ ਅਮਰਿੰਦਰ ਸਿੰਘ ਨੇ, ਤੇ ਕੁਝ ਲੋਕ ਸੋਚਦੇ ਨੇ ਕਿ ਅਜਿਹਾ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਦੀ ਬਾਉਂਸਰ ਤੇ ਛੱਕਾ ਮਾਰ ਦਿੱਤਾ। ਬਿਲਕੁਲ ਇਹ ਛਿੱਕਾ ਹੈ, ਇਹੀ ਮੈਂ ਗੱਲ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਜੇ ਤਾਂ ਕੋਈ ਬੰਦਾ ਹੁੰਦਾ ਇੱਥੇ, ਹੋਰ ਕੋਈ ਪੋਲੀਟੀਸ਼ੀਅਨ ਹੋ ਜਾਂਦਾ, ਉਹਨਾਂ ਨੇ ਉਹ ਕੈਪਟਨ ਸਾਹਿਬ ਦੀਆਂ ਚਾਲਾਂ 'ਚ ਆ ਜਾਣਾ ਸੀਗਾ। ਪਰ ਇੱਥੇ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਬਹੁਤ ਵਧੀਆ ਤਰੀਕੇ ਨਾਲ ਖੇਡ ਰਹੇ ਨੇ ਔਰ ਬਹੁਤ ਵਧੀਆ ਉਹਨਾਂ ਨੇ ਛਿੱਕਾ ਮਾਰਿਆ ਔਰ ਮੈਨੂੰ ਲੱਗਦਾ ਕਿ ਅਖੀਰ ਨੂੰ ਮੈਚ ਜਿਹੜਾ ਹੈਗਾ ਉਹ ਸਿੱਧੂ ਸਾਹਿਬ ਨੇ ਜਿੱਤ ਜਾਣਾ ਕਿਉਂਕਿ ਉਹਨਾਂ ਦੇ ਪੱਲੇ ਸੱਚ ਹੈ। ਮੈਂ ਇਹ ਗੱਲ ਵੱਖਰੀ ਗੱਲ ਹੈ ਕਿ ਇਹ ਗੱਲ ਜਿਹੜੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਜਦੋਂ ਅਸੀਂ ਗੱਲ ਇਹਨੂੰ ਸਮਝਾਂਗੇ ਤਾਂ ਇੱਕ ਪਾਸੇ ਝੂਠ ਹੈ, ਆਪਾਂ ਨੂੰ ਪਤਾ ਕਿ ਝੂਠ ਦੀ ਪੰਡ ਹੈ। ਕੈਪਟਨ ਸਾਹਿਬ ਦੀ ਸਾਰੀ ਪੋਲਿਟਿਕਸ ਤੁਸੀਂ ਦੇਖੋਗੇ ਅੱਜ ਤੋਂ 4.5 ਸਾਲ ਤੋਂ ਲੈ ਕੇ ਫਾਰਮ ਭਰਨ ਤੋਂ ਲੈ ਕੇ ਗੁਟਕਾ ਸਾਹਿਬ ਦੀ ਸਹੁੰ ਖਾਣ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਬਰਗਾੜੀ ਕਾਂਡ ਔਰ ਜਿਹੜੀ ਕੋਟਕਪੂਰਾ ਗੋਲੀ ਕਾਂਡ ਦੀ ਜਿਹੜੀ ਸਾਰੀ ਫਾਈਲ ਨੂੰ ਰੱਦ ਕਰ ਦੇਣਾ, ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਸਪਸ਼ਟ ਹੋ ਰਿਹਾ ਹੈ ਕਿ ਸਾਰੀ ਦੀ ਸਾਰੀ ਸਿਆਸਤ ਜਿਹੜੀ ਹੈਗੀ ਹੁਣ ਤੱਕ 4.5 ਸਾਲਾਂ ਦੀ ਕੈਪਟਨ ਸਾਹਿਬ ਦੀ ਬਿਲਕੁਲ ਫਰਾਡ ਔਰ ਝੂਠ ਦੇ ਉੱਤੇ ਖੜੀ ਹੈ। ਦੂਜੇ ਪਾਸੇ ਕੀ ਹੈ, ਕੈਪਟਨ ਸਾਹਿਬ ਦੀ ਆਪਣਾ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਸਿਆਸਤ ਹੈ ਜਿਹੜੀ ਕਿ
ਉਹਨਾਂ ਦੇ ਪੈਰਲਲ ਇੱਕ ਬਿਲਕੁਲ, ਚਾਹੇ ਉਹ ਬਰਗਾੜੀ ਕਾਂਡ ਹੋਵੇ, ਚਾਹੇ ਉਹ ਕੋਟਕਪੂਰਾ ਗੋਲੀकांड ਹੋਵੇ, ਚਾਹੇ ਨਸ਼ਿਆਂ ਦਾ ਮੁੱਦਾ ਹੋਵੇ, ਚਾਹੇ ਮਾਫੀਏ ਦਾ ਪੰਜਾਬ ਦੇ ਵਿੱਚ ਮੁੱਦਾ ਹੋਵੇ, ਕਿਸਾਨੀ ਦਾ ਮੁੱਦਾ ਹੋਵੇ, ਜਾਂ ਕੋਈ ਹੋਰ ਬੁਨਿਆਦੀ ਮੁੱਦੇ ਹੋਣ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਬਕਾਇਦਾ ਤੌਰ ਤੇ ਪਲੈਨਿੰਗ ਦੇ ਕੇ ਔਰ ਬਕਾਇਦਾ ਇੱਕ ਪੂਰਾ ਗ੍ਰਾਫ ਬਣਾ ਕੇ ਉਹਨਾਂ ਨੇ ਪੇਸ਼ ਕੀਤਾ ਹੈ ਔਰ ਲੋਕਾਂ ਸਾਹਮਣੇ ਰੱਖਿਆ ਹੈ ਕਿ ਮੇਰੇ ਕੋਲੇ ਆਹ ਏਜੰਡਾ ਪੰਜਾਬ ਦਾ, ਇਹ ਏਜੰਡੇ ਨੂੰ ਮੈਂ ਲੈ ਕੇ ਆਉਣਾ ਚਾਹੁੰਦਾ ਔਰ ਬਿਲਕੁਲ ਇਮਾਨਦਾਰੀ ਦੇ ਨਾਲ ਇਹਨੂੰ ਲਾਗੂ ਕਰਨਾ ਚਾਹੁੰਦੇ ਹਾਂ ਅਸੀਂ। ਪਰ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਚੱਲਣ ਨਹੀਂ ਦਿੱਤੀ ਕੋਈ, ਉਹਨਾਂ ਨੇ ਜਿਹੜਾ ਹੈਗਾ ਜਿੰਨੀ ਦੇਰ ਕੈਪਟਨ ਸਾਹਿਬ ਰਹੇ ਨੇ ਉਨੀ ਦੇਰ ਉਹਨਾਂ ਨੇ ਉਹਨਾਂ ਦੀਆਂ ਗੱਲਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ। ਇੱਥੋਂ ਤੱਕ ਕਿ ਜਿਹੜਾ ਤੁਸੀਂ ਵੀ ਇਸ਼ਾਰਾ ਕੀਤਾ ਸੀਗਾ ਕਰਤਾਰਪੁਰ ਸਾਹਿਬ ਦਾ ਲਾਂਘਾ, ਜਿਹਦੇ ਵਿੱਚ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਯੋਗਦਾਨ ਸਾਰੀ ਦੁਨੀਆ ਜਾਣਦੀ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਦਾ ਰਿਹਾ ਹੈ ਔਰ ਉਸ ਨੂੰ ਵੀ ਇਗਨੋਰ ਕੀਤਾ ਗਿਆ, ਇੱਥੋਂ ਤੱਕ ਕਿ ਉਹਨਾਂ ਨੂੰ ਵੀ ਬਹੁਤ ਛੋਟਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਇਸ ਕਰਕੇ ਇੱਕ ਪਾਸੇ ਝੂਠ ਹੈ, ਦੂਜੇ ਪਾਸੇ ਸੱਚ ਦੀ ਲੜਾਈ ਤੇ ਉੱਤੇ ਖੜੇ ਨੇ ਨਵਜੋਤ ਸਿੰਘ ਸਿੱਧੂ ਔਰ ਅਖੀਰ ਨੂੰ ਸਤਿਆਮੇਵ ਜਯਤੇ, ਜਿਵੇਂ ਸਾਡੇ ਪੁਰਖਿਆਂ ਨੇ ਵੀ ਇਹ ਗੱਲ ਕਹੀ ਹੈ ਹਿੰਦੁਸਤਾਨ ਦੇ ਵਿੱਚ, ਇਹ ਬਿਲਕੁਲ ਪ੍ਰਚਲਿਤ ਹੈ, ਇਹ ਵੇਦਾਂ ਤੋਂ ਗੱਲ ਚੱਲੀ ਆ ਰਹੀ ਹੈ ਕਿ ਅਖੀਰ ਨੂੰ ਸੱਚ ਦੀ ਜਿੱਤ ਹੁੰਦੀ ਹੈ। ਸਤਿਆਮੇਵ ਜਯਤੇ ਦਾ ਮਤਲਬ ਹੀ ਇਹੀ ਹੈ ਕਿ ਅਖੀਰ ਨੂੰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਸੱਚ ਹੈ ਉਹ ਸਾਹਮਣੇ ਆਏਗਾ ਔਰ ਉਹ ਜਿੱਤਣਗੇ। ਇਸੇ ਟਵੀਟ ਤੋਂ ਤੁਸੀਂ ਦੇਖ ਲਓ, ਕੱਲ ਦੀ ਇੱਕ ਛੋਟੀ ਜਿਹੀ ਲੜਾਈ ਤੋਂ ਤੁਸੀਂ ਦੇਖ ਲਓ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਬਿਆਨ ਹੈ ਔਰ ਉਹਨਾਂ ਦਾ ਟਵੀਟ ਹੈ, ਉਹਨੇ ਹੀ ਮੈਨੂੰ ਲੱਗਦਾ ਹੈ ਕਿ ਸਾਰੀਆਂ ਗੱਲਾਂ ਕਲੀਅਰ ਕਰ ਦਿੱਤੀਆਂ ਨੇ ਕਿ ਆਉਣ ਵਾਲਾ ਭਵਿੱਖ ਕਿੱਦਾਂ ਹੈ। ਆਪਾਂ ਨੂੰ ਪਤਾ ਹੈ ਕਿ ਆਉਣ ਵਾਲਾ ਭਵਿੱਖ ਜਿਹੜਾ ਹੈਗਾ ਉਹ ਇਹ ਸਪਸ਼ਟ ਹੋ ਜਾਣਾ ਹੈ ਕਿ ਝੂਠ ਜਿਹੜਾ ਹੈਗਾ ਉਹ ਖਤਮ ਹੋ ਜਾਏਗਾ ਔਰ ਸੱਚ ਦੀ ਜਿਹੜੀ ਹੈਗੀ ਜਿੱਤ ਹੋਏਗੀ। ਔਰ ਨਵਜੋਤ ਸਿੰਘ ਜਿਸ ਤਰੀਕੇ ਦੇ ਨਾਲ ਜਿਹੜੀ ਜਾਂਚ ਰਿਪੋਰਟ ਖਾਰਜ ਹੋਈ ਹੈ ਹਾਈ ਕੋਰਟ ਦੇ ਵੱਲੋਂ, ਤਾਂ ਕਾਂਗਰਸ ਦੇ ਵੱਲੋਂ ਹੁਣ ਇਹ ਯਤਨ ਕੀਤਾ ਜਾ ਰਿਹਾ ਕਿ ਇਹਦਾ ਜਿਹੜਾ ਭਾਂਡਾ ਭੰਨਿਆ ਜਾਵੇ, ਇਹ ਉਹਦੇ ਕੁੰਵਰ ਵਿਜੇ ਪ੍ਰਤਾਪ ਦੇ ਸਿਰ ਭੰਨਿਆ ਜਾਵੇ, ਤੇ ਨਾਲ ਨਵਜੋਤ ਸਿੰਘ ਸਿੱਧੂ ਤੇ ਵੀ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਹੈ ਕਿ ਭਾਈ ਬੰਦਾ ਹੀ ਨਵਜੋਤ ਸਿੰਘ ਸਿੱਧੂ ਦਾ ਸੀਗਾ, ਉਹ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਲਿਆਉਣ ਵਾਲਾ ਸਿੱਧੂ ਸੀਗਾ। ਕਹਿੰਦੇ ਕੁੰਵਰ ਵਿਜੇ ਪ੍ਰਤਾਪ ਸਿੱਧੂ ਦੇ ਨਾਲ ਜ਼ਿਆਦਾ ਮਿਲਦਾ ਵਰਤਦਾ ਸੀ, ਸਿੱਧੂ ਦਾ ਜ਼ਿਆਦਾ ਕਰੀਬੀ ਸੀ। ਇਹ ਤਾਂ ਇਸ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਨੂੰ ਪੇਸ਼ ਕੀਤਾ ਜਾ ਰਿਹਾ ਕਾਂਗਰਸ ਦੇ ਵੱਲੋਂ, ਜਿਸ ਤਰੀਕੇ ਦੇ ਨਾਲ ਦੋਸ਼ੀ ਵੀ ਕੁੰਵਰ ਵਿਜੇ ਪ੍ਰਤਾਪ ਹੋਵੇ ਤੇ ਦੋਸ਼ੀ ਨੂੰ ਹੀ ਸਜ਼ਾ ਲਾਉਣ ਲਾਤਾ ਹੋਵੇ ਤੇ ਪਤਾ ਹੀ ਅੱਜ ਲੱਗਿਆ ਹੋਵੇ ਕੁੰਵਰ ਵਿਜੇ ਪ੍ਰਤਾਪ ਦੋਸ਼ੀ ਹੈ, ਤੇ ਇਹ ਉਹ ਜਿਹੜਾ ਪੱਲਾ ਇਸ ਤਰੀਕੇ ਨਾਲ ਝਾੜ ਰਹੇ ਆ ਵੀ ਨਵਜੋਤ ਸਿੰਘ ਸਿੱਧੂ ਦਾ ਬੰਦਾ ਸੀ, ਇਹ ਤਾਂ ਸਾਡਾ ਤਾਂ ਬੰਦਾ ਹੀ ਹੈ ਨਹੀਂ ਭਾਈ, ਕੁੰਵਰ ਵਿਜੇ ਪ੍ਰਤਾਪ ਹੀ ਦੋਸ਼ੀ ਹੈ, ਸਾਡਾ ਨਹੀਂ ਬੰਦਾ, ਇਹ ਸਾਡਾ ਬੰਦਾ ਸਿੱਧੂ ਹੈ, ਇਹ ਸਿੱਧੂ ਦਾ ਹੀ ਆ ਬੰਦਾ। ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਤੁਹਾਨੂੰ ਅੱਜ ਤੱਕ ਤਾਂ ਇਹੀ ਗੱਲਾਂ ਕਹੀ ਜਾ ਰਹੀਆਂ ਸੀ ਕਿ ਬੜਾ ਇਮਾਨਦਾਰ ਨੇ ਜੀ ਕੁੰਵਰ ਵਿਜੇ ਪ੍ਰਤਾਪ, ਅਸੀਂ ਉਹਨਾਂ ਦੀ ਜਾਂਚ ਦੇ ਨਾਲ ਖੜੇ ਆ ਜੀ, ਜਦੋਂ ਉਹਨੇ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਲਿਆ ਤਾਂ ਹਾਲਾਂਕਿ ਚਲੋ ਫੈਸਲਾ ਆਉਣਾ ਹਲੇ ਬਾਕੀ ਹੈ, ਤੇ ਪਰ ਹੁਣ ਫਿਰ ਇਹਨਾਂ ਦੀ ਲੱਤਾਂ ਭਾਰ ਨਹੀਂ ਚੱਲ ਰਹੀਆਂ, ਤੇ ਹੁਣ ਜਦੋਂ ਆਪਦੇ ਸਿਰ ਗੱਲਾਂ ਆਉਣ ਲੱਗੀਆਂ ਤਾਂ ਉਹਨੇ ਕਹਿਤਾ ਕਿ ਨਵਜੋਤ ਸਿੰਘ ਸਿੱਧੂ ਦਾ ਬੰਦਾ। ਸੁਖਵਿੰਦਰ ਜੀ, ਮੈਂ ਕੱਲ ਵੀ ਕਿਹਾ ਸੀਗਾ ਕਿ ਕਹਾਵਤ ਹੈ ਪੰਜਾਬੀ ਦੀ ਕਿ ਡਿੱਗੀ ਗਧੇ ਤੋਂ ਤੇ ਗੁੱਸਾ ਘੁਮਿਆਰ ਤੇ ਕੱਢਿਆ ਜਾ ਰਿਹਾ। ਸੋ ਮੈਂ ਇਹ ਕਹਿਣਾ ਚਾਹੁੰਦਾ, ਕੱਲ ਵੀ ਮੈਂ ਕਿਹਾ ਸੀਗਾ ਕਿ ਸਾਰੀ ਦੀ ਸਾਰੀ ਜਿਹੜੀ ਪੋਲਿਟਿਕਸ ਹੈ ਉਹ ਆਪਣੇ ਤੋਂ ਖਹਿੜਾ ਛਡਾ ਕੇ ਜਾਂ ਤਾਂ ਨਵਜੋਤ ਸਿੰਘ ਸਿੱਧੂ ਦੇ ਗੱਲ ਪਾਇਆ ਜਾ ਰਿਹਾ ਹੈ ਔਰ ਜਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਇਹ ਕਿਹਾ ਜਾ ਰਿਹਾ ਕਿ ਇਹੀ ਦੋਸ਼ੀ ਹੈ, ਇਹਦੇ ਕਰਕੇ ਸਾਰਾ ਕੰਮ ਫੇਲ ਹੋਇਆ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਵੇਲੇ ਜਿਹੜੀ ਝੂਠ ਦੀ ਪੰਡ ਹੈ ਔਰ ਝੂਠ ਦੀ ਜਿਹੜੀ ਸਿਆਸਤ ਹੈ, ਝੂਠ ਦੀ ਦੁਕਾਨ ਹੈ, ਉਹ ਕਾਂਗਰਸ ਦੀ ਐਕਸਪੋਜ਼ ਹੋ ਚੁੱਕੀ ਹੈ। ਬਿਲਕੁਲ ਉਹਦੇ ਲੋਕਾਂ ਨੂੰ ਸਮਝ ਆ ਰਹੀ ਹੈ ਕਿ ਭਾਈ ਉੱਪਰਲੇ ਲੈਵਲ ਤੇ ਕਿਵੇਂ ਚੱਲਦਾ ਰਿਹਾ 2.5 ਸਾਲ 3 ਸਾਲ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਬਹੁਤ ਮਿਹਨਤ ਦੇ ਨਾਲ ਔਰ ਬਹੁਤ ਇਮਾਨਦਾਰੀ ਦੇ ਨਾਲ ਉਹ ਰਿਪੋਰਟ ਤਿਆਰ ਕੀਤੀ ਸੀ, ਅੱਜ ਉਹ ਰੱਦ ਹੋ ਚੁੱਕੀ, ਅੱਜ ਉਹ ਪੈਰਾਂ 'ਚ ਰੁਲ ਚੁੱਕੀ ਆ ਉਹ। ਸੋ ਉਹਦਾ ਨਤੀਜਾ ਇਹੀ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਸ ਵੇਲੇ ਸਾਰੀ ਸਮਝ ਆ ਚੁੱਕੀ ਹੈ। ਲੋਕਾਂ ਨੂੰ ਵੀ ਪਤਾ ਲੱਗ ਚੁੱਕਿਆ ਕਿ ਉੱਪਰਲੇ ਜਿਹੜੇ ਵੱਡੇ ਘਰਾਣੇ ਨੇ ਪੰਜਾਬ ਦੇ, ਉਹ ਆਪਸ ਦੇ ਵਿੱਚ ਕਿਵੇਂ ਮਿਲੇ ਹੋਏ ਨੇ, ਕਿਵੇਂ ਉਹਨਾਂ ਦੀ ਮਤਲਬ ਗਾਂਠ ਸਾਂਠ ਰਹੀ ਆ ਹੁਣ ਤੱਕ, ਔਰ ਕਿਵੇਂ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ। ਪਹਿਲਾਂ ਬਾਦਲ ਸਾਹਿਬ ਨੇ ਕੈਪਟਨ ਸਾਹਿਬ ਦੇ ਕੇਸ ਵਾਪਸ ਲਏ, ਹੁਣ ਜਿਹੜੇ ਨੇ ਆਪਾਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਨੇ ਬਾਦਲ ਸਾਹਿਬ ਨੂੰ ਬਰੀ ਕਰ ਦਿੱਤਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਇਹਦੇ ਵਿੱਚ ਕਾਂਗਰਸ ਦੀ ਜਿਹੜੀ ਮੈਂ ਝੂਠ ਦੀ ਗੱਲ ਕਰ ਰਿਹਾ ਬਾਰ-ਬਾਰ, ਉਹ ਸਾਹਮਣੇ ਆ ਚੁੱਕੀ ਹੈ। ਪੰਜਾਬ ਦਾ ਹੁਣ ਬੱਚਾ ਇਸ ਵੇਲੇ ਜਾਣ ਚੁੱਕਿਆ ਹੈ ਕਿ ਭਾਈ ਹੁਣ ਜਿਹੜੀ ਝੂਠ ਦੀ ਦੁਕਾਨ ਹੈ ਉਹ ਜ਼ਿਆਦਾ ਦੇਰ ਨਹੀਂ ਚੱਲੇਗੀ, ਕਿਉਂਕਿ 7-8 ਮਹੀਨੇ ਰਹਿ ਗਏ ਕੈਪਟਨ ਸਾਹਿਬ ਦੇ ਔਰ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਇਹਨਾਂ ਗੱਲਾਂ ਦੇ ਉੱਤੇ ਘੇਰੇਗਾ ਪੰਜਾਬ। ਜਿਹੜਾ ਆਪਾਂ ਨੂੰ ਪਤਾ ਹੈ ਕਿ ਚਾਹੇ ਉਹ ਕਰੋਨਾ ਦਾ ਮਸਲਾ ਹੋਵੇ, ਅੱਜ ਆਪਾਂ ਨੂੰ ਪਤਾ ਕਿ 1 ਸਾਲ ਹੋ ਗਿਆ ਕਰੋਨਾ ਨੂੰ, ਤੋਂ ਉੱਤੇ ਹੋ ਗਿਆ, ਔਰ ਉਹਦੇ ਵਿੱਚ ਕੀ ਉਹਨਾਂ ਨੇ ਪੰਜਾਬ ਨੂੰ ਤਿਆਰੀਆਂ ਕੀਤੀਆਂ ਸੀਗੀਆਂ ਉਹ ਵੀ ਪਤਾ ਲੱਗ ਗਿਆ, ਸਾਰਾ ਐਕਸਪੋਜ਼ ਹੋ ਚੁੱਕਿਆ। ਪੰਜਾਬ ਇਸ ਵੇਲੇ ਤਰਾਹ ਕਰ ਰਿਹਾ, ਆਕਸੀਜਨ ਨਾਲ ਲੋਕ ਜਿਹੜੇ ਨੇ ਹਸਪੀਟਲਾਂ ਦੇ ਵਿੱਚ ਮਰ ਰਹੇ ਨੇ। ਸੋ ਦੂਜੇ ਪਾਸੇ ਏਦਾਂ ਦੀ ਜਿਹੜੀ ਸਿੱਟ ਹੈ
ਉਹ ਰੱਦ ਹੋ ਚੁੱਕੀ ਹੈ ਔਰ ਘਰ ਘਰ ਨੌਕਰੀ ਦੇ ਵਾਅਦੇ ਜਿਹੜੇ ਨੇ ਉਹ ਅਜੇ ਤੱਕ ਪੂਰੇ ਨਹੀਂ ਹੋਏ। ਔਰ ਗੁਟਕਾ ਸਾਹਿਬ ਦੀ ਸਹੁੰ ਫੜ ਕੇ ਜਿਹੜਾ ਕੈਪਟਨ ਸਾਹਿਬ ਨੇ ਬਾਰ-ਬਾਰ ਕਿਹਾ ਸੀਗਾ ਕਿ ਮੈਂ ਇਹਦਾ ਲੱਕ ਤੋੜ ਦਿਆਂਗਾ ਨਸ਼ਿਆਂ ਦਾ, ਉਹ ਅਜੇ ਤੱਕ ਲੱਕ ਜਿਹੜਾ ਸਾਨੂੰ ਟੁੱਟਿਆ ਹੋਇਆ, ਮੈਨੂੰ ਲੱਗਦਾ ਕਿ ਉਹਦੀ ਉਂਗਲ ਨੂੰ ਮਤਲਬ ਇੱਕ ਉਂਗਲ ਵੀ ਨਹੀਂ ਟੁੱਟੀ, ਲੱਕ ਤੱਕ ਹੀ ਟੁੱਟਣਾ ਸੀਗਾ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਦੀ ਫੇਲੂਅਰ ਸਾਨੂੰ ਨਜ਼ਰ ਆ ਰਹੀ ਹੈ। ਔਰ ਉਹਦੇ ਵਿੱਚੋਂ ਕੈਪਟਨ ਸਾਹਿਬ ਦੀ ਜਿਹੜੀ ਹੈਗੀ ਆ ਕੱਲ ਜਿਹੜੀ ਆਪਾਂ ਨੇ ਜਿਹੜੀ ਇੰਟਰਵਿਊ ਦੇਖੀ ਹੈ, ਉਹਦੇ ਵਿੱਚ ਉਹਨਾਂ ਦੀ ਜਿਹੜੀ ਅੰਦਰਲੀ ਭਟਕਣਾ ਹੈ, ਅੰਦਰਲੀ ਜਿਹੜੀ ਹੜਬੜਾਹਟ ਹੈ, ਉਹ ਹੀ ਸਾਹਮਣੇ ਆ ਰਹੀ ਹੈ। ਔਰ ਉਹਦੇ ਵਿੱਚੋਂ ਇੱਕ ਪਾਸੇ ਉਹ ਜੇ ਸਿੰਘ ਨਾਲ ਨਵਜੋਤ ਸਿੰਘ ਦੀ ਤੁਲਨਾ ਕਰ ਰਹੇ ਨੇ। ਮੈਨੂੰ ਲੱਗਦਾ ਇਹ ਤੁਲਨਾ ਹੀ ਆਪਣੇ ਆਪ 'ਚ ਹਾਸੋਹੀਣੀ ਹੈ। ਕਿੱਥੇ ਹੁਣ ਜੇ ਸਿੰਘ ਜਿਨ੍ਹਾਂ ਨੂੰ ਆਪਾਂ ਨੂੰ ਪਤਾ ਹੈ ਕਿ ਸਿਆਸਤ ਦਾ ਉਹਨਾਂ ਨੇ ਹਜੇ ABC ਉਹਨਾਂ ਨੂੰ ਨਹੀਂ ਸੀ ਆਉਂਦੀ, ਉਹਨਾਂ ਨੂੰ ਸਿਆਸਤ ਦੇ ਵਿੱਚ ਜਿਹੜੀ ਹੈਗੀ ਸੇਵਾ ਕੀਤੀ ਉਹਨਾਂ ਨੇ, ਉਹ ਗੱਲ ਵੱਖਰੀ ਹੈ, ਪਰ ਸਿਆਸਤ ਦੇ ਵਿੱਚ ਉਹ ਨਵੇਂ ਪਲੇਅਰ ਸੀਗੇ। ਹਾਂ, ਸਿਆਸਤ ਦੇ ਵਿੱਚ ਤਾਂ ਬਿਲਕੁਲ ਉਹਨਾਂ ਨੂੰ ਨਵੇਂ, ਕਿਉਂਕਿ ਸਿਆਸਤ ਇੱਕ ਵੱਖਰੀ ਗੇਮ ਹੈ, ਇਹ ਇੱਕ ਵੱਖਰੀ, ਇਹਦੇ ਲਈ ਤੁਹਾਨੂੰ ਤਜਰਬਾ ਚਾਹੀਦਾ। ਔਰ ਨਵਜੋਤ ਸਿੰਘ ਜੀ ਦਾ ਤਜਰਬਾ ਘੱਟੋ ਘੱਟ ਮੈਨੂੰ ਲੱਗਦਾ ਕਿ ਉਹਨਾਂ ਨੂੰ ਘੱਟੋ ਘੱਟ ਜਿਨ੍ਹਾਂ ਨੇ 5 ਲੋਕ ਸਭਾਵਾਂ ਜਿੱਤੀਆਂ ਹੋਣ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਨੇ ਲਗਾਤਾਰ ਜਿਹੜੀ ਆਪਣੀ ਜ਼ਿੰਦਗੀ ਸਿਆਸਤ ਦੇ ਵਿੱਚ ਲਾਈ ਹੋਵੇ, ਉਹਨਾਂ ਨੂੰ ਤੁਸੀਂ ਜੇ ਸਿੰਘ ਨਾਲ ਤੁਲਨਾ ਕਰੋ ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਹੀ ਹਾਸੋਹੀਣਾ ਜਿਹੜਾ ਸੀਗਾ ਉਹਨਾਂ ਦਾ ਬਿਆਨ ਨਜ਼ਰ ਆਇਆ। ਸੋ ਇੱਥੋਂ ਹੀ ਸਪਸ਼ਟ ਹੋ ਰਿਹਾ ਕਿ ਇਸ ਵੇਲੇ ਜਿਹੜੀ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਲਗਾਤਾਰ ਘਿਰਦੀ ਜਾ ਰਹੀ ਹੈ। ਔਰ ਉਹਦੇ ਵਿੱਚ ਮੁੱਖ ਤੌਰ ਤੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ, ਉਹ ਲਗਾਤਾਰ ਜਿਹੜੇ ਨੇ ਉਹ ਆਪਣੀਆਂ ਬਿਆਨਬਾਜ਼ੀਆਂ ਦੇ ਵਿੱਚ ਘਿਰਦੇ ਨਜ਼ਰ ਆਉਂਦੇ ਨੇ। ਔਰ ਉਹਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਜੀ ਦਾ ਉਭਾਰ ਜਿਹੜਾ ਹੋ ਰਿਹਾ ਹੈ, ਤੁਸੀਂ ਦੇਖੋਗੇ ਇੱਕੋ ਹੀ ਟਵੀਟ ਦੇ ਨਾਲ ਮੈਨੂੰ ਲੱਗਦਾ ਕਿ ਉਹ ਲੋਕਾਂ ਦੇ ਹੀਰੋ ਬਣ ਗਏ ਨੇ, ਪੰਜਾਬ ਦੇ ਹੀਰੋ ਬਣ ਗਏ ਨੇ। ਔਰ ਇੱਕੋ ਟਵੀਟ ਦੇ ਨਾਲ 4 ਲਾਈਨਾਂ ਨੇ, ਉਸ ਟਵੀਟ ਦੀਆਂ 4-5 ਲਾਈਨਾਂ, ਉਹਨਾਂ ਨੇ 4-5 ਲਾਈਨਾਂ ਨੇ ਹੀ ਉਹਨਾਂ ਦੇ ਸਾਰੀ ਦੀ ਸਾਰੀ ਕੈਪਟਨ ਸਾਹਿਬ ਦੀ ਬਿਆਨਬਾਜ਼ੀ ਦੇ ਉੱਤੇ ਪਾਣੀ ਫੇਰਤਾ। ਔਰ ਉੱਤੋਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਭਾਈ ਤੁਸੀਂ ਹੁਣ ਅਗਲੀ ਜਿਹੜੀ ਹੈਗੀ ਆ ਪਾਰੀ ਖੇਡਣ ਦੇ ਲਈ ਜਿਹੜੀ ਤਿਆਰ ਹੋ ਰਹੇ ਹੋ, ਔਰ ਉਹਦੇ ਲਈ ਇੰਨੀ ਸੌਖੀ ਨਹੀਂ ਹੈ ਤੁਹਾਡੇ ਲਈ ਪਾਰੀ ਖੇਡਣਾ, ਉਹਦੇ ਲਈ ਤੁਹਾਨੂੰ ਬਹੁਤ ਵੱਡੇ ਚੈਲੰਜ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਜੀ ਦੇ ਸਕਦੇ ਨੇ। ਇਹ ਇੱਥੋਂ ਸਪਸ਼ਟ ਹੋ ਰਿਹਾ ਹੈ। ਸੁਖਵਿੰਦਰ ਜੀ, ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ, ਤੁਸੀਂ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਤਾਂ ਇਹ ਸਨ ਡਾਕਟਰ ਭੀਮਿੰਦਰ ਜੀ, ਜਿਨ੍ਹਾਂ ਦੇ ਵੱਲੋਂ ਸਾਡੇ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਇਸ ਵਿਸ਼ੇ ਤੇ ਕੀਤੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ 2012 ਦੇ ਵਿੱਚ ਜੋ ਵਾਪਰਿਆ ਸੀ, ਕਿ 2022 ਦੇ ਵਿੱਚ ਵੀ ਉਹੀ ਇਤਿਹਾਸ ਆਪਣੇ ਆਪ ਦੁਹਰਾਇਆ ਜਾਏਗਾ। ਜਿਵੇਂ ਬਾਦਲਾਂ ਨੇ ਖਤਮ ਕਰਤਾ ਸੀ ਮਨਪ੍ਰੀਤ ਸਿੰਘ ਬਾਦਲ, ਉਸੇ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਖਤਮ ਕਰ ਪਾਉਣਗੇ ਕਿ ਨਵਜੋਤ ਸਿੰਘ ਸਿੱਧੂ ਇਸ ਸਥਿਤੀ ਦੇ ਵਿੱਚੋਂ ਨਿਕਲ ਜਾਣਗੇ, ਕਿਉਂਕਿ ਇੱਕ ਲੜਨ ਦਾ ਮਾਦਾ ਰੱਖਦੇ ਨੇ, ਪਲੇਅਰ ਨੇ, ਤੇ ਮੁਸ਼ਕਲ ਘੜੀ ਦੇ ਵਿੱਚੋਂ ਕਿਵੇਂ ਲੜ ਕੇ ਬਾਹਰ ਨਿਕਲਣਾ ਜਾਣਦੇ ਨੇ। ਤੇ ਉਮੀਦ ਵੀ ਇਹੀ ਕੀਤੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਹੋ ਸਕਦਾ ਹੈ ਕਿ ਇਸ ਸਥਿਤੀ ਦੇ ਵਿੱਚੋਂ ਬਾਹਰ ਨਿਕਲ ਪਾਉਣਗੇ। ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ, ਦੁਬਾਰਾ ਫਿਰ ਮਿਲਾਂਗੇ ਕਿਸੇ ਨਵੇਂ ਤੇ ਅਹਿਮ ਮੁੱਦੇ ਦੇ ਨਾਲ। ਤਦ ਤੱਕ ਦਿਓ ਇਜਾਜ਼ਤ, ਧੰਨਵਾਦ।